बिस्मिल्लाहिर्रहमानिर्रहीम। लै भी दोस्तों, बजुर्गों, भैनों, भाईओ, मैं ना एक नुस्खा तैयार करन लगा, दसन लगा। ਜਿਹੜੇ ਜਾੜ ਦੇ ਅੰਦਰ ਕੀੜਾ ਪੈਦਾ ਹੋ ਜਾਂਦਾ, ਨੁਸਖੇ ਤੋਂ ਪਹਿਲਾਂ ਥੋੜ੍ਹਾ ਜਿਹਾ ਇੱਕ ਹੋਰ ਕੰਮ ਵੀ ਕਰਦਿਆ ਕਰੋ, ਉਹ ਫਾਲੋ ਵੀ ਕਰਦਿਆ ਕਰੋ ਅਤੇ ਸਬਸਕ੍ਰਾਈਬ ਵੀ ਕਰਦਿਆ ਕਰੋ। ਬੜੀ ਮਿਹਰਬਾਨੀ। ਹਰ ਬੰਦਾ ਖੁਸ਼ ਹੋ ਜਾਂਦਾ ਜਦੋਂ ਕੋਈ ਉਹਦੀ ਮਿਹਨਤ ਦਾ ਫਲ ਮਿਲਦਾ, ਉਸਨੂੰ ਉਹ ਦੱਸਦੇ ਆ। ਤੁਹਾਡੇ ਕਮੈਂਟ ਕਰਨ ਦੇ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਅਸੀਂ ਹੁਣ ਨੁਸਖਾ ਦੱਸਣ ਲੱਗੇ ਅਤੇ ਨੁਸਖੇ ਨੂੰ ਜ਼ਰਾ ਗੌਰ ਨਾਲ, ਤਵੱਜੋ ਨਾਲ ਸੁਣ ਲਿਆ ਕਰੋ। ਇਹ ਗੱਲ ਕੰਮ ਦੀ ਹੈ, ਫਜ਼ੂਲ ਬਾਤਾਂ ਨਹੀਂ ਹੈਗੀਆਂ। ਇਨਸ਼ਾ ਅੱਲਾਹ ਤਾਲਾ ਇਹਦਾ ਫਾਇਦਾ ਜ਼ਰੂਰ ਹੋਏਗਾ। ਨੁਸਖਾ ਇਹ ਆ ਕਿ ਤੁਸੀਂ ਪਨੀਰ ਲੈ ਲੈਣਾ। ਪਨੀਰ ਕੋਈ ਅੱਧੀ ਛਟਾਂਕ ਲੈ ਲਓ, ਥੋੜ੍ਹਾ ਲੈ ਲਓ, ਜੇ ਮਤਲਬ ਕੋਈ 10 ਗ੍ਰਾਮ ਲੈ ਲਓ। ਅਤੇ ਬਾਕੀ ਤੇਲ ਲੈ ਲਓ, ਉਸ ਕੁੱਸੋਂ ਦਾ ਤੇਲ ਵੀ ਕਹਿੰਦੇ, ਤਾਰੇ ਮੀਰੇ ਦਾ ਤੇਲ ਵੀ ਕਹਿੰਦੇ ਆ। ਇਹ ਵੀ ਲੈ ਲਓ ਥੋੜ੍ਹਾ ਜਿਹਾ। ਇਹ ਲੈ ਕੇ ਇੱਕ ਬੋਤਲ ਲੈ ਲਓ, ਬੋਤਲ ਜਿਹਦਾ ਉੱਤੇ ਤਾਂ ਸੁਰਾਖ ਬੋਤਲ ਦੇ ਹੁੰਦਾ ਹੀ ਆ, ਉਹਦੇ ਥੱਲੇ ਵੀ ਸੁਰਾਖ ਕਰ ਲਓ। ਜਿਸ ਟਾਈਮ ਉਹ ਸੁਰਾਖ ਦੇ ਵਿੱਚ ਨਾ ਚਮਚੀ ਗਰਮ ਕਰ ਲਓ। ਚਮਚੀ ਗਰਮ ਕਰਕੇ ਨਾ ਅਤੇ ਬੋਤਲ ਨੂੰ ਉਸ ਪਾਣੀ 'ਚ ਰੱਖ ਦਿਓ। ਅਤੇ ਉਹ ਜਿਸ ਟਾਈਮ ਚਮਚੀ ਫੁੱਲ ਗਰਮ ਹੋ ਜੇ, ਉਹ ਤਾਰੇ ਮੀਰੇ ਦਾ ਤੇਲ ਅਤੇ ਦੂਸਰਾ ਪਨੀਰ ਪੀਸਿਆ ਹੋਏਗਾ, ਬਰੀਕ ਕੀਤਾ ਹੋਏਗਾ, ਉਹ ਜਦੋਂ ਚਮਚੇ 'ਤੇ ਸਿੱਟੋਗੇ ਉਹਦੇ 'ਚ ਧੂੰਆਂ ਨਿਕਲੇਗਾ। ਉਹ ਧੂੰਆਂ ਉਹਦੇ ਥੱਲੇ ਕਰਨਾ ਅਤੇ ਮਰੀਜ਼ ਦਾ ਮੂੰਹ ਉਹ ਬੋਤਲ ਦੇ ਮੂੰਹ ਦੇ ਉੱਤੇ ਲਾ ਦੇਣਾ, ਤਾਂ ਕਿ ਜਿਹੜਾ ਧੂੰਆਂ ਥੱਲੇ ਜਾਵੇ ਉਹ ਸਿੱਧਾ ਜਾੜਾਂ ਜਾਂ ਦੰਦਮ ਜਿੱਥੇ ਜਿੱਥੇ ਕੀੜਾ ਉੱਥੇ ਚਲਾ ਜਾਏ। ਅਤੇ ਬਾਅਦ ਦੇ ਵਿੱਚ ਉਸ ਨੂੰ ਅਲਹਮਦੁਲਿਲਾ ਇਲਾਜ ਤੁਹਾਡਾ ਮੁਕੰਮਲ ਹੋ ਗਿਆ। ਅਤੇ ਮੂੰਹ ਦੇ ਵਿੱਚ ਰੱਖਣਾ ਹੈ ਧੂੰਆਂ ਥੋੜ੍ਹੀ ਦੇਰ, ਅਤੇ ਉਸ ਤੋਂ ਬਾਅਦ ਤੁਸੀਂ ਆਪੇ ਵੇਖ ਲਿਓ ਵੀ ਕੀੜਾ ਰਹਿੰਦਾ ਜਾਂ ਆਪੇ ਤੁਸੀਂ ਅੰਦਾਜ਼ਾ ਕਰੀਓ ਜੀ।